गुरु रूप प्यारी साध संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी ਦੀ ਕਮੋਲਕ ਲਿਖਤ ਵਿਜੇ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 15ਵਾਂ ਕਾਂਡ। ਮੀਰ ਮੰਨੂ ਦੀ ਬੇਗਮ ਮੁਰਾਦ ਬੇਗਮ, ਜਿਸ ਨੂੰ ਕਈ ਇਤਿਹਾਸਕਾਰਾਂ ਨੇ ਮੁਗਲਾਣੀ ਬੇਗਮ ਕਰਕੇ ਵੀ ਲਿਖਿਆ ਹੈ, ਬੜੀ ਚਲਾਕ ਔਰ ਸੁੰਦਰ ਇਸਤਰੀ ਸੀ। ਇਸਨੇ ਪਤੀ ਨੂੰ ਵੀ ਵਸ ਕਰ ਰੱਖਿਆ ਸੀ ਔਰ ਆਪਣੀ ਚਤਰਾਈ ਕਰਕੇ ਪਟਰਾਣੀ ਬਣ ਰਹੀ ਸੀ। ਉੱਪਰ ਲਿਖੀ ਰਾਤ ਮਨੂ ਨੇ ਉਸਦੇ ਚੁਬਾਰੇ ਸ਼ਰਾਬ ਬਹੁਤ ਪੀਤੀ ਸੀ ਔਰ ਨਸ਼ੇ ਦੇ ਸਰੂਰ ਵਿੱਚ ਬੇਗਮ ਨੇ ਉਸਨੂੰ ਐਉਂ ਉਂਗਲਾਂ ਤੇ ਨਚਾਇਆ ਕਿ ਸ਼ੀਲ ਕੌਰ ਨੂੰ ਸਿੱਖ ਕੈਦਣਾ ਵਿੱਚੋਂ ਕੱਢ ਲਿਆਉਣ ਦਾ ਔਰ ਉਸਨੂੰ ਬੇਗਮ ਬਣਾਉਣ ਦਾ ਸਾਰਾ ਕੱਚਾ ਚਿੱਠਾ ਕਹਿ ਬੈਠਾ। ਬੇਗਮ ਇਹ ਸੁਣ ਕੇ ਸੜ ਉੱਠੀ ਤੇ ਕਈ ਵੱਲਾਂ ਛਲਾਂ ਨਾਲ ਉਸਨੂੰ ਪੀਤੀ ਉੱਤੇ ਹੋਰ ਪਿਲਾਈ ਗਈ। ਜਦ ਪਤੀ ਬੇਸੁੱਧ ਹੋ ਗਿਆ ਤੇ ਰਾਤ ਵੀ ਅੱਧੀ ਬੀਤ ਗਈ ਤਾਂ ਬਾਹਰਲੇ ਛੱਜੇ ਪੁਰਾ ਬੈਠੀ ਤੇ ਮਨ ਨਾਲ ਗੋਂਦ ਗੁੰਦਣ ਲੱਗੀ ਕਿ ਇਸ ਨਵੀਂ ਸਿਰ ਤੇ ਪੈਣ ਵਾਲੀ ਬਲਾ ਤੋਂ ਕਿਕੂ ਬਚਾ। ਬਹੁਤ ਵਿਚਾਰ ਕਰਕੇ ਚੁੱਪ ਕੀਤੀ। ਦੱਬੇ ਪੈਰ ਕਬੂਤਰ ਫੜਨ ਵਾਲੀ ਬਿੱਲੀ ਵਾਂਗੂ ਮਹਿਲ ਦੇ ਉਸ ਹਿੱਸੇ ਵਿੱਚ ਗਈ ਜਿੱਥੇ ਸ਼ੀਲਾ ਸੀ। ਬੂਹੇ ਤਾਂ ਬੰਦ ਸਨ, ਪਰ ਚੀਤਾਂ ਵਿੱਚੋਂ ਕੀ ਦੇਖਦੀ ਹੈ ਕਿ ਦੀਵਾ ਬਲ ਰਿਹਾ ਹੈ ਔਰ ਸ਼ੀਲਾ ਪ੍ਰਾਰਥਨਾ ਕਰ ਰਹੀ ਹੈ। ਕਿਸੇ ਵੇਲੇ ਕੋਈ ਮਤਲਬ ਵੀ ਸਮਝ ਆ ਜਾਵੇ। ਇਹ ਦੇਖ ਕੇ ਉਸ ਦਾ ਕਲੇਜਾ ਠੰਡਾ ਹੋ ਗਿਆ ਔਰ ਮਨ ਨੇ ਤਸੱਲੀ ਦਿੱਤੀ ਕਿ ਇਹ ਤਾਂ ਗਰੀਬ ਗਊ ਹੈ ਔਰ ਆਪਣੇ ਅੱਗੇ ਆਈ ਵਡਿਆਈ ਨੂੰ ਬਿਪਤਾ ਸਮਝ ਕੇ ਬਚਣੇ ਲਈ ਵਾਸਤੇ ਪਾ ਰਹੀ ਹੈ। ਇਸ ਨੂੰ ਨਜਿੱਠ ਲੈਣਾ ਸੌਖੀ ਗੱਲ ਹੈ। ਇਹ ਸੋਚ ਕੇ ਨਿਸ਼ਚਿੰਤ ਹੋ ਗਈ ਤੇ ਜਾ ਕੇ ਸੌ ਰਹੀ। ਉਧਰ ਸੂਰਜ ਨੇ ਸ਼ੁਕਰ ਵਰਗੀ ਆਪਣੀ ਇੱਕੋ ਅੱਖ ਖੋਲੀ ਔਰ ਪਲਸੇਟੇ ਮਾਰਦੇ ਉਂਗਲਾਉਂਦੇ ਲੋਕਾਂ ਵੱਲ ਤਿੱਖੀ ਨਜ਼ਰ ਪਾਈ। ਉਧਰ ਮੁਰਾਦ ਬੇਗਮ ਨੇ ਦੋਵੇਂ ਅੱਖਾਂ, ਜੋ ਸੂਰਜ ਨਾਲੋਂ ਵੀ ਤਿੱਖੀਆਂ ਸਨ, ਖੋਲੀਆਂ ਔਰ ਟੋੜ ਤੇ ਨੀਂਦ ਦੀ ਹੋਟ ਵਿੱਚ ਅਕੜਾਉਂਦੇ ਪਤੀ ਵੱਲ ਘੂਰ ਕੇ ਡਿੱਠਾ। ਪਲੰਗ ਤੋਂ ਉੱਠੀ ਔਰ ਪਤੀ ਨੂੰ ਪੱਖਾ ਕਰਕੇ ਸੁਆ ਦਿੱਤਾ। ਆਪ ਨਹਾ ਧੋ 16 ਸ਼ਿੰਗਾਰ ਕਰਕੇ ਪਤੀ ਨੂੰ ਫਿਰ ਜਗਾਇਆ ਔਰ ਤਿਆਰ ਕਰਕੇ ਕੁਝ ਖਵਾ ਪਿਆ ਕੇ 2 ਗੋਲੀਆਂ ਪਹਿਰੇਦਾਰ ਨਾਲ ਕਰਕੇ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਦੇ ਭੱਜ ਡਿਉੜਿਓਂ ਬਾਹਰ ਕੀਤਾ। ਅੱਗੋਂ 2 ਬੇਗਮ ਦੇ ਭੇਤੀ ਅੜਦਲੀ ਨਾਲ ਹੋ ਤੁਰੇ। ਹਾਕਮ ਸਾਹਿਬ ਤਾਂ ਦਰਬਾਰ ਵਿੱਚ ਜਾ ਬੈਠੇ ਔਰ ਪੰਜਾਬ ਵਰਗੇ ਮੁਸ਼ਕਿਲਾਂ ਨਾਲ ਭਰੇ ਦੇਸ਼ ਦੇ ਇੰਤਜ਼ਾਮ ਵਿੱਚ ਰੁੱਝ ਗਏ। ਉਧਰ ਬੇਗਮ ਸਾਡੀ ਸ਼ੀਲ ਕੌਰ ਪਾਸ ਪਹੁੰਚੀ ਤੇ ਉਸਨੂੰ ਗੱਲੀ ਬਾਤੀ ਛੇਤੀ ਪਰਚਾ ਲਿਆ। ਬੇਗਮ, ਮੇਰੀ ਪਿਛਲੇ ਜਨਮ ਦੀ ਭੈਣ, ਕਿੰਨਾ ਚਿਰਾਂ ਦੇ ਵਿਛੜੇ ਮਿਲੇ ਹਾਂ। ਅਸੀਂ ਪਿੱਛੋਂ ਇੱਕੋ ਹੀ ਹਾਂ। ਘਬਰਾ ਕੇ ਨਾ ਤੱਕੋ, ਮੈਂ ਸੱਚ ਕਹਿੰਦੀ ਹਾਂ। ਅਸੀਂ ਪਿੱਛੋਂ ਭੈਣਾਂ ਹਾਂ। ਮੈਂ ਖਬਰੇ ਕੀ ਖੋਟੇ ਕਰਮ ਕਰ ਬੈਠੀ ਜੋ ਤੁਰਕਾਂ ਦੇ ਘਰ ਜੰਮ ਪਈ, ਸੋ ਹੁਣ ਨਿਰਬਾਹ ਕਰਨਾ ਹੀ ਹੋਇਆ ਨਾ। ਕੱਲ ਸਾਈਂ ਨੂੰ ਜਦ ਮੈਂ ਸੁਣਿਆ ਸੀ ਕਿ ਤੂੰ ਇੱਥੇ ਫਾਥੀ ਆਈ ਹੈ, ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਆਖਾਂ ਹਾਏ ਹਾਏ ਕੀ ਬਣੇਗਾ। ਸਿੱਖਾਂ ਦੀਆਂ ਧੀਆਂ ਤਾਂ ਕਦੇ ਧਰਮ ਨਹੀਂ ਹਾਰਦੀਆਂ, ਕਿਤੇ ਵਿਚਾਰੀ ਨੂੰ ਜਿੰਦ ਨਾ ਦੇਣੀ ਪਵੇ। ਇਹਨਾਂ ਵਿਚਾਰਾਂ ਵਿੱਚ ਹੀ ਡੁੱਬਦੀ ਚਲੀ ਗਈ। ਫਿਰ ਮੈਂ ਲੁਕ ਕੇ ਤੈਨੂੰ ਵੇਖਣ ਆਈ। ਵੇਖਦਿਆਂ ਸਾਰ ਭੈਣੇ ਮੇਰੀਆਂ ਆਂਦਰਾਂ ਫੁੱਟ ਪਈਆਂ। ਕੋਈ ਅੰਦਰਲਾ ਮੋਹ ਜਾਗ ਪਿਆ। ਨਿਰੀ ਭੈਣ ਹੋ ਲੱਗਿਓ। ਮੈਂ ਉਸੇ ਵੇਲੇ ਜੀ ਵਿੱਚ ਠਾਣ ਲਈ, ਭਾਈ ਮੇਰੀ ਜਿੰਦ ਜਾਏ ਪਰ ਜਾਏ, ਇਹ ਪਰ ਇਸ ਧਰਮਾਤਮਾ ਦਾ ਸਤ ਧਰਮ ਜ਼ਰੂਰ ਬਚਾ ਦੇਣਾ ਹੈ। ਸੋ ਮੈਂ ਬਹਾਨੇ ਪਾ ਕੇ ਮਾਲਕ ਨੂੰ ਬਹੁਤੀ ਸ਼ਰਾਬ ਪਿਲਾ ਕੇ ਐਸਾ ਬੇਹੋਸ਼ ਕੀਤਾ ਕਿ ਤੁਹਾਨੂੰ ਉਹ ਭੁੱਲ ਹੀ ਗਿਆ। ਸ਼ੀਲਾ ਬੜੀ ਨਿਮਰਤਾ ਨਾਲ, ਤੁਹਾਨੂੰ ਕਰਤਾਰ ਭਾਗ ਲਾਵੇ ਔਰ ਪ੍ਰਤਾਪ ਵਧਾਵੇ, ਤੁਹਾਡਾ ਹੁਕਮ ਚੱਲੇ। ਫੁੱਟਨੋਟ ਵਿੱਚ ਲਿਖਿਆ ਹੈ, ਇਹ ਵਾਕ ਜੋ ਉਸਨੇ ਕਿਹਾ ਸੀ, ਤੁਹਾਡਾ ਹੁਕਮ ਚੱਲੇ, ਥੋੜੇ ਚਿਰ ਪਿੱਛੋਂ ਫਲੀਭੂਤ ਹੋ ਗਿਆ ਕਿ ਇਹ ਹੁਕੂਮਤ ਇਸ ਦੇ ਹੱਥ ਆਈ। ਤੁਸੀਂ ਜੋ ਕੁਝ ਆਖਿਆ ਹੈ, ਮੈਂ ਅਨਾਥਣੀ ਤੇ ਵੱਡੀ ਦਇਆ ਕੀਤੀ ਹੈ। ਬੇਗਮ, ਬੀਬੀ ਕਾਹਦੀ ਦਇਆ, ਪਰ ਦੇਖੋ ਨਾ ਕੀ ਕਰੀਏ। ਸਮਾਂ ਬੜਾ ਕਰੜਾ ਆ ਗਿਆ ਹੈ। ਅੱਜ ਕੱਲ੍ਹ ਸਿੱਧੇ ਮਾਰੇ ਜਾਂਦੇ ਹਨ, ਛਲ ਨਾਲ ਹੀ ਸੁਖ ਪਾਈਦਾ ਹੈ। ਤੁਸੀਂ ਤਾਂ ਖੁਦਾ ਦੇ ਪਿਆਰੇ ਲੱਗਦੇ ਹੋ, ਤੁਹਾਨੂੰ ਇਹਨਾਂ ਗੱਲਾਂ ਨਾਲ ਕੀ। ਪਰ ਅਸੀਂ ਦੁਨੀਆਦਾਰ ਲੋਕ ਤਾਂ ਐਉਂ ਹੀ ਜਿਉਂਦੇ ਹਾਂ। ਰੋਟੀ ਖਾਈਏ ਸ਼ੱਕਰ ਸਿਓ, ਦੁਨੀਆ ਖਾਈਏ ਮੱਕਰ ਸਿਓ। ਤੁਸੀਂ ਤਾਂ ਪਵਿੱਤਰ ਦੇਵੀ ਹੋ। ਮੇਰਾ ਜੀ ਕਰਦਾ ਹੈ ਕਿ ਤੁਹਾਡੇ ਚਰਨ ਚੁੰਮ ਲਵਾਂ। ਸ਼ੀਲਾ, ਸ੍ਰੀ ਵਾਹਿਗੁਰੂ। ਬੇਗਮ ਜੀ, ਤੁਸੀਂ ਤਾਂ ਹੋ ਦੇਸ਼ ਦੇ ਰਾਜੇ,
ਅਸੀਂ ਭਾਵੇਂ ਹਾਂ ਤਾਂ ਸ਼ੇਰ ਸੁਭਾਅ ਵਾਲੇ, ਪਰ ਇਸ ਵੇਲੇ ਹਾਂ ਤੁਹਾਡੇ ਕੈਦੀ, ਪਰ ਵਸ ਪਏ ਹੋਏ। ਉਤੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਧਰਮ ਦੀ ਰਾਖੀ ਕਰੋਗੇ। ਇਹ ਮੇਰੇ ਤੇ ਅਹਿਸਾਨ ਚਾੜ ਰਹੇ ਹੋ। ਮੈਨੂੰ ਕੋਈ ਸੇਵਾ ਦੱਸੋ। ਬੇਗਮ, ਸੇਵਾ ਕੀ, ਤੁਸੀਂ ਮੈਨੂੰ ਭੈਣ ਬਣਾ ਲਵੋ ਨਾ। ਸ਼ੀਲਾ, ਭੈਣ ਬਣਨਾ ਤਾਂ ਦੁਆਲੀ ਖੁੱਲ ਵਿੱਚ ਵਸਦਿਆਂ ਹੋ ਸਕਦਾ ਹੈ, ਨਾਲੇ ਹੈਸੀਅਤ ਇੱਕੋ ਜਿਹੀ ਹੋਵੇ। ਹੁਣ ਤੁਸੀਂ ਬੇਗਮ ਤੇ ਮੈਂ ਕੈਦਣ। ਬੇਗਮ, ਨਾ ਭੈਣ, ਇਹ ਗੱਲਾਂ ਛੱਡ ਦਿਓ। ਤੁਸਾਂ ਦਾ ਅਸਲਾ ਸ਼ਰੀਫ ਹੈ। ਤੁਸੀਂ ਸੱਚੇ ਤੇ ਉੱਚੇ ਲਹੂ ਵਾਲੇ ਦਿਸ ਰਹੇ ਹੋ। ਕੈਦ ਤੁਹਾਡੀ ਮੁੱਕ ਚੁੱਕੀ ਹੈ। ਹੁਣ ਤੁਸੀਂ ਖੁੱਲ੍ਹ ਦੇ ਘਰ ਹੋ। ਹੁਣ ਮੈਨੂੰ ਭੈਣ ਬਣਾ ਲਓ। ਤੁਸੀਂ ਗੁਣਾਂ ਦੀ ਖਾਣ ਹੋ। ਤੁਹਾਡੇ ਆਸਰੇ ਕੁਝ ਮੈਂ ਵੀ ਸਿੱਖਮਤ ਪਾ ਲਵਾਂਗੀ। ਸ਼ੀਲਾ, ਮੈਂ ਕੌਣ ਵਿਚਾਰੀ ਹਾਂ। ਬੇਗਮ, ਹੱਟ ਛੱਡੋ, ਇੱਕ ਵੇਰੀ ਭੈਣ ਆਖੋ, ਨਹੀਂ ਤਾਂ ਤੁਹਾਡੇ ਸਿਰ ਦੀ ਸਹੁੰ ਮੈਨੂੰ ਪਾਣੀ ਪੀਣਾ ਹਰਾਮ ਜੇ। ਸ਼ੀਲਾ, ਸ੍ਰੀ ਵਾਹਿਗੁਰੂ, ਮੈਥੋਂ ਇਹ ਨਾ ਆਖਵਾਓ। ਉਂਝ ਜੋ ਸੇਵਾ ਚਾਹੋ, ਜੇ ਉਹ ਖਰੀ ਹੋਵੇ ਤਾਂ ਮੈਂ ਨਾਬਰ ਨਹੀਂ। ਬੇਗਮ, ਆਓ ਫਿਰ, ਜੇ ਨਹੀਂ ਕਹਿੰਦੇ ਤਾਂ ਮੈਂ ਹੱਥ ਕਟਾਰ ਦੇ ਦਸਤੇ ਤੇ ਜਾ ਪੁੱਜਾ। ਸ਼ੀਲਾ, ਵਾਹਿਗੁਰੂ ਜੀ, ਹੈਂ ਇਹ ਕੀ ਹੱਥ ਫੜ ਕੇ। ਭੈਣ ਕਹਿਣ ਵਿੱਚ ਮੈਨੂੰ ਕੋਈ ਉਜ਼ਰ ਨਹੀਂ। ਤੁਸੀਂ ਸਮਰੱਥ ਤੇ ਸੁਤੰਤਰ ਹੋ, ਨਿਭਾ ਸਕਦੇ ਹੋ। ਮੈਂ ਬੰਦੀ ਵਿੱਚ ਹਾਂ। ਮੇਰਾ ਨਿਭਾਣਾ ਭੈਣ ਬਣ ਕੇ ਬਹੁਤ ਕਠਿਨ ਹੈ। ਮਿੱਤਰਤਾ ਬਰਾਬਰ ਦਿਆਂ ਵਿੱਚ ਤੇ ਖੁੱਲ੍ਹ ਵਿੱਚ ਪੁੱਗਦੀ ਹੈ। ਮੈਂ ਤੁਹਾਡੀ ਸ਼ੁਭਿੱਛਕ ਹਾਂ, ਪਰ ਭੈਣ ਮੂੰਹੋਂ ਨਾ ਕਢਵਾਓ। ਬੇਗਮ ਕਟਾਰ ਕੱਢ ਕੇ, ਇਹ ਲਓ, ਜੇ ਨਹੀਂ ਮੰਨਦੇ ਤਾਂ ਮੈਂ। ਸ਼ੀਲਾ ਹੱਥ ਫੜ ਕੇ, ਨਾ ਭੈਣ, ਇਹ ਕੰਮ ਨਾ ਕਰ। ਮੈਨੂੰ ਜੋ ਕਹੋ ਹਾਜ਼ਰ ਹਾਂ। ਭੈਣ ਪਦ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਬੇਗਮ ਨੇ ਕੁੱਟ ਕੇ ਛਾਤੀ ਨਾਲ ਲਾ ਲਿਆ, ਰੋ ਪਈ। ਪਿਆਰੀ ਭੈਣ, ਮੇਰੇ ਦਿਲ ਦਾ ਦੁੱਖ ਵੰਡਾਉਣ ਵਾਲੀ ਦਰਦਣ ਮੇਰੇ ਪਾਸ ਕੋਈ ਨਹੀਂ। ਮੇਰੇ ਉਦਾਲੇ ਨੌਕਰਾਣੀਆਂ ਤੇ ਮਤਲਬ ਨੂੰ ਪਿਆਰ ਕਰਨ ਵਾਲੀਆਂ ਬਤੇਰੀਆਂ ਹਨ, ਪਰ ਅੱਜ ਖੁਦਾ ਨੇ ਤੂੰ ਮੇਲੀ ਹੈ। ਸ਼ੁਕਰ ਹੈ ਉਸ ਦੀ ਦਰਗਾਹ ਦਾ, ਜਿਨ੍ਹਾਂ ਮੇਰੇ ਹਾਲ ਤੇ ਰਹਿਮ ਕੀਤਾ ਹੈ। ਸ਼ੀਲਾ, ਸ਼ੁਕਰ ਦੀ ਥਾਂ ਤਾਂ ਮੈਨੂੰ ਹੈ, ਜਿਸ ਦਾ ਇਸ ਵੇਲੇ ਅਕਾਲ ਪੁਰਖ ਤੋਂ ਛੁੱਟ ਕੋਈ ਦਰਦੀ ਨਹੀਂ। ਸੋ ਉਸ ਮਿਹਰਾਂ ਵਾਲੇ ਸਾਈਂ ਨੇ ਐਸੀ ਔਕੜ ਦੇ ਵੇਲੇ ਤੁਹਾਨੂੰ ਮੇਰਾ ਸੱਜਣ ਬਣਾਇਆ ਹੈ ਕਿ ਜਿਸ ਵੇਲੇ ਕੋਈ ਕਿਸੇ ਦਾ ਨਹੀਂ ਬਣਦਾ। ਇਸ ਭਾਰੀ ਪ੍ਰਣ ਨੂੰ ਜੋ ਅੱਜ ਮੈਂ ਧਾਰ ਲਿਆ ਹੈ, ਕਰਤਾਰ ਸਿਰੇ ਚੜਾਵੇ। ਮੇਰੇ ਵਿੱਚ ਸਮਰੱਥਾ ਨਹੀਂ, ਪਰ ਗੁਰੂ ਮੇਰੀ ਟੇਕ ਰੱਖੇ। ਹਾਂ, ਇੱਕ ਧਰਮ ਤੁਸੀਂ ਵੀ ਮੇਰੇ ਨਾਲ ਪਾਲਣ ਦਾ ਕੌਲ ਕਰੋ। ਬੇਗਮ, ਦੱਸੋ ਭੈਣ ਜੀ, ਮੈਂ ਤੁਸਾਂ ਦੇ ਸੁੱਖ ਵਿੱਚ ਸੁੱਖ ਮਨਾਵਾਂਗੀ। ਸ਼ੀਲਾ, ਇਸ ਕੈਦ ਵਿੱਚ ਜਿਸ ਵਿੱਚ ਮੈਂ ਹਾਂ, ਮੇਰੇ ਸਤ ਧਰਮ ਦੀ ਰਾਖੀ ਤੁਸੀਂ ਕਰਨੀ ਹੋਵੇਗੀ। ਮੇਰੀ ਜਿੰਦ ਜਾ ਕੇ ਵੀ ਜੇ ਧਰਮ ਬਚੇ ਤਾਂ ਤੂੰ ਮੇਰੀ ਭੈਣਾਂ ਵਾਂਗੂ ਸਹਾਇਤਾ ਕਰੇਂਗੀ। ਬੇਗਮ, ਅੱਲਾ ਮੇਰਾ ਜ਼ਾਮਨ, ਤੈਨੂੰ ਤੇ ਤੇਰੇ ਧਰਮ ਨੂੰ ਜਦ ਤਾਈਂ ਮੇਰੇ ਦਮ ਵਿੱਚ ਦਮ ਹੈ, ਤੱਤੀ ਵਾਹ ਨਾ ਲੱਗਣ ਦਿਆਂਗੀ। ਸ਼ੀਲਾ ਅੱਖਾਂ ਮੀਟ ਕੇ, ਸ਼ੁਕਰ ਹੈ ਮੇਰੇ ਸਿਰਜਣਹਾਰ ਅਕਾਲ ਪੁਰਖ, ਤੂੰ ਧਨ ਹੈ, ਤੂੰ ਧਨ ਹੈ। ਤੂੰ ਬੰਦੀ ਛੋੜ, ਰਹਿਮ ਕਰ। ਮੇਰੇ ਸਾਈਆਂ ਜੀ ਨੂੰ ਵੀ ਹੱਥ ਦੇ ਕੇ ਰੱਖ ਤੇ ਮੈਨੂੰ ਮਿਲਾ। ਬੇਗਮ, ਭੈਣ, ਤੇਰਾ ਪਤੀ ਕਿੱਥੇ ਹੈ ਤੇ ਕਿਉਂ ਵਿਛੜਿਆ ਸੀ। ਸ਼ੀਲਾ, ਚਾਨਾ ਦੇ ਕੰਢੇ ਇੱਕ ਨਗਰ ਦੇ ਹਾਕਮ ਨੇ ਮਾਰ ਕੇ ਮਰਨਾਊ ਕਰਕੇ ਕੈਦ ਪਾ ਦਿੱਤੇ ਸਨ। ਪਤਾ ਨਹੀਂ ਫਿਰ ਕੀ ਹੋਇਆ। ਹਾਂ, ਆਉਂਦੀ ਵੇਰ ਜਿਉਂਦੇ ਦਿਸ ਪਏ ਸਨ, ਪਰ ਗੱਲਬਾਤ ਨਹੀਂ ਹੋ ਸਕੀ। ਨੈਣ ਪਰ ਆਏ। ਬੇਗਮ ਅੱਖਾਂ ਪੂੰਝ ਕੇ, ਭੈਣ ਰੋ ਨਾ। ਤੇਰਾ ਪਤੀ ਮੈਂ ਸਦਵਾ ਦਿਆਂਗੀ ਔਰ ਉਸ ਦਾ ਵਾਲ ਵਿੰਗਾ ਨਹੀਂ ਹੋਵੇਗਾ। ਹੁਣ ਸਮਝ ਕੇ ਸਭ ਬਿਪਤਾ ਦੂਰ ਹੋ ਗਈ। ਸ਼ੀਲਾ, ਤੁਸੀਂ ਕਿੰਨਾ ਪਿਆਰ ਕਰਦੇ ਹੋ, ਪਰ ਇੱਕ ਰਾਤ ਤਾਂ ਤੁਹਾਡੀ ਕਿਰਪਾ ਨਾਲ ਬੀਤੀ। ਇਸ ਮਕਾਨ ਵਿੱਚ ਰਹਿ ਕੇ ਕਦ ਤੱਕ ਬੱਕਰੇ ਦੀ ਮਾਂ ਸੁਖਣਾ ਸੁੱਕ ਕੇ ਲੰਘਾਵੇਗੀ। ਬੇਗਮ, ਪਿਆਰੀ ਭੈਣ, ਜਦ ਤੱਕ ਮੇਰੇ ਦਮ ਵਿੱਚ ਦਮ ਹੈ, ਕਿਸੇ ਦੀ ਮਜਾਲ ਹੈ ਕਿ ਤੁਹਾਡੀ ਵਾਹ ਵੱਲ ਵੀ ਤੱਕ ਸਕੇ। ਸ਼ੀਲਾ, ਕਰਤਾਰ ਤੈਨੂੰ ਭਾਗ ਲਾਵੇ ਤੇ ਆਪਣਾ ਭਉ ਬਖਸ਼ੇ। ਬੇਗਮ, ਭੈਣ ਜੀ, ਮੇਰੇ ਕਹੇ ਤੁਰੀ ਚੱਲਣਾ, ਫਿਰ ਕੋਈ ਤੋਖਲਾ ਨਹੀਂ। ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬੇਗਮ ਵਿਦਾ ਹੋਈ। ਬੇਗਮ ਦੇ ਹੁਕਮ ਮੁਜਬ ਦੋਏ ਖਤਰਾਣੀਆਂ ਟਹਿਲਣਾ ਸੇਵਾ ਲਈ ਆ ਗਈਆਂ।
ਮਾਂ ਪੁੱਤ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਕੱਪੜੇ ਵਟਾਏ, ਮੈਲੇ ਬਸਤਰ ਟਹਿਲਣਾ ਧੋਣ ਦੇ ਬਹਾਨੇ ਬੇਗਮ ਪਾਸ ਲੈ ਗਈਆਂ। ਮਾਂ ਪੁੱਤਰ ਨੇ ਸਾਰਾ ਦਿਨ ਸ਼ੁਕਰ ਕਰਕੇ ਬਿਤਾਇਆ। ਸੰਝ ਹੁੰਦੇ ਹੀ ਬੇਗਮ ਦੇ ਹੁਕਮ ਅਨੁਸਾਰ ਸ਼ੀਲ ਕੌਰ ਉਸ ਦਲਾਨ ਤੋਂ ਟਹਿਲਣਾ ਸਣੇ ਕਿਸੇ ਦੁਰਾੜੇ ਚੁਬਾਰੇ ਵਿੱਚ ਬਦਲੀ ਗਈ। ਸਾਂਝ ਹੋ ਗਈ, ਹਨੇਰਾ ਛਾ ਗਿਆ। ਹਾਕਮ ਸਾਹਿਬ ਨੇ ਚੋਰ ਕੋਠਲੀ ਵਿੱਚ ਵੜ ਕੇ ਥੋੜੀ ਜੀ ਪੀਤੀ। ਜਿਸ ਵੇਲੇ ਸਰੂਰ ਆਇਆ ਔਰ ਮਗਜ਼ ਨੇ ਗਰਮ ਹੋ ਕੇ ਆਤਿਸ਼ਬਾਜ਼ੀ ਦੇ ਚੱਕਰ ਵਾਂਗ ਚੱਕਰ ਖਾਦਾ, ਬਾਕੀ ਰਹੀ ਅਕਲ ਤੇ ਅਦਮੋਈ ਦਇਆ ਉਸ ਗੇੜੇ ਵਿੱਚ ਗੇੜੇ ਖਾਣ ਲੱਗੀ। ਥਿੜਕਦੇ ਪੈਰੀਂ ਆਪ ਉਸ ਕਮਰੇ ਵੱਲ ਤੁਰੇ ਜਿੱਥੇ ਸ਼ੀਲਾ ਕੈਦ ਕਰਵਾਈ ਹੋਈ ਸੀ। ਜਾਂ ਅੰਦਰ ਵੜੇ ਤਦ ਕੀ ਦੇਖਦੇ ਹਨ ਕਿ ਉਹਨਾਂ ਹੀ ਮੈਲੇ ਬਸਤਰਾਂ ਵਿੱਚ ਉਹ ਕੁੰਡ ਕੱਢੀ ਬੈਠੀ ਹੈ। ਆਪ ਨੂੰ ਬੜਾ ਗੁੱਸਾ ਆਇਆ, ਗੋਲੀਆਂ ਨੂੰ ਮਾਰਿਆ, ਕੁੱਟਿਆ, ਗਾਲਾਂ ਕੱਢੀਆਂ, ਕਮਰਿਓਂ ਕੱਢ ਦਿੱਤਾ। ਫਿਰ ਆਪ ਉਸ ਨੂੰ ਥਿੜਕਦੇ ਥਥਲਾਉਂਦੇ ਬੁਲਾਉਣ ਲੱਗੇ। ਕੁੰਡ ਵਿੱਚ ਲੁਕੀ ਤੇ ਸ਼ਰਮ ਵਿਖੇ ਡੁੱਬਦੀ ਤੇ ਕੰਬਦੀ ਨੇ ਇੱਕ ਨਾ ਮੰਨੀ। ਹਾਕਮ ਸਾਹਿਬ ਨੇ ਤਲਵਾਰ ਤੂ ਲਈ। ਹੁਣ ਉਹ ਹੱਥ ਜੋੜ ਕੇ ਪੈਰਾਂ ਤੇ ਡਿੱਗ ਪਈ। ਨਵਾਬ ਸਾਹਿਬ ਜਿੱਤੇ ਹੋਏ ਕੁੱਕੜ ਵਾਂਗ ਟਰਾ उठे। देखा हमने अपना हुक्म पूरा किया, सिख बीवी को मना लिया, थिड़क के चौका खा के अब बेगम बनाएंगे, पंजाब की मलका कहाएंगी। ते इस तरह दे बकवास ते झोंकियां ते नशीलियां ਉਂਗਾਂ ਵਿੱਚ ਸੀ नवाब के बीबी ਨੂੰ ਕੱਪੜੇ ਬਦਲਣੇ ਪਏ ਔਰ ਸ਼ਿੰਗਾਰ ਲਾਉਣੇ ਪਏ। ਪਰ ਪਹਿਲੋਂ ਕਿਸੇ ਲੁਕਵੇਂ ਹੱਥ ਨੇ ਸ਼ਮਾ ਯਾਨੀ ਦੀਵੇ ਨੂੰ ਵੱਡਾ ਕਰ ਦਿੱਤਾ ਸੀ। ਹੁਣ ਰਾਤ ਇਸ ਤਰ੍ਹਾਂ ਬੀਤ ਗਈ ਜਿਕਰ ਕੋਈ ਕਾਲੇ ਰੰਗ ਦੀ ਬਿਜਲੀ ਦੁਪਹਿਰ ਵੇਲੇ ਧੁੱਪ ਰੂਪੀ ਬਦਲਾਂ ਵਿੱਚੋਂ ਦੌੜ ਕੇ ਐਵੇਂ ਗੁੰਮ ਹੋ ਜਾਵੇ ਜਿਕਰ ਯੋਗੀ ਪੁਰਖ ਦੇ ਹਿਰਦੇ ਵਿੱਚੋਂ ਸੰਗ ਦੋਖ ਕਰਕੇ ਮਨ ਵਾਸ਼ਨਾ ਇੱਕ ਝਲਕਾ ਦੇ ਕੇ ਕੁਸੰਗ ਦੂਰ ਹੋਏ ਤੇ ਗੁੰਮ ਹੋ ਜਾਂਦੀਆਂ ਹਨ। ਮਾਨੋ ਕਮੀਲੇ ਦੀ ਅੱਗ ਭਬਾਕਾ ਦੇ ਕੇ ਸੁਆਹ ਹੋ ਗਈ, ਪਰ ਸੜਿਆ ਕੁਝ ਵੀ ਨਾ। ਜਾਂ ਦਿਨ ਹੋਇਆ, ਬੇਗਮ ਵਿਸਾਖ ਦੇ ਨਵੇਂ ਚੜ੍ਹਦੇ ਸੂਰਜ ਵਾਂਗ ਚਮਕਦੀ ਸ਼ੀਲ ਕੌਰ ਦੇ ਕਮਰੇ ਵਿੱਚ ਗਈ, ਜੋ ਇਸ ਵੇਲੇ ਜਪਜੀ ਸਾਹਿਬ ਦੇ ਭੋਗ ਪਾ ਕੇ ਅਰਦਾਸਾ ਸੋਧ ਰਹੀ ਸੀ। ਦੋਵੇਂ ਸਹੇਲੀਆਂ ਪ੍ਰੇਮ ਨਾਲ ਮਿਲੀਆਂ। ਬੇਗਮ ਨੇ ਵਧਾਈ ਦਿੱਤੀ ਕਿ ਆਪ ਦੀ ਇਹ ਰਾਤ ਮੈਂ ਪੂਰੇ ਬਚਾਅ ਵਿੱਚ ਲੰਘਾ ਦਿੱਤੀ ਹੈ ਤੇ ਅੱਗੋਂ ਨੂੰ ਹੁਣ ਐਸਾ ਬਾਨਣੂ ਬਚ ਗਿਆ ਹੈ ਕਿ ਆਪ ਦਾ ਸ਼ੀਲ ਧਰਮ ਸਦਾ ਲਈ ਬਚ ਗਿਆ। ਆਪ ਜਲ ਵਿੱਚ ਕੋਲ ਫੁੱਲ ਦੀ ਤਰ੍ਹਾਂ ਰਹੋਗੇ, ਕੋਈ ਤੁਹਾਡੀ ਵਾਹ ਵੱਲ ਮੈਲੀ ਅੱਖ ਨਹੀਂ ਕਰ ਸਕੇਗਾ। ਸ਼ੀਲਾ, ਭੈਣ ਜੀ, ਮੈਂ ਆਪ ਦੀਆਂ ਦੇਣੀਆਂ ਕਿੱਥੋਂ ਦੇ ਸਕਦੀ ਹਾਂ? ਆਪ ਤਾਂ ਕੋਈ ਮੈਨੂੰ ਮਾਂ ਮਿਲ ਪਏ ਹੋ। ਸ਼ੁਕਰ ਹੈ ਕਲਗੀਧਰ ਜੀ ਦਾ, ਜਿਨ੍ਹਾਂ ਤੁਹਾਡੇ ਹਿਰਦੇ ਵਿੱਚ ਮਿਹਰ ਪਾਈ। ਪਰ ਭੈਣ ਜੀ, ਮੈਨੂੰ ਦੱਸੋ ਤਾਂ ਸਹੀ ਕਿ ਤੁਸਾਂ ਕਿਕੋ ਮੇਰੀ ਰਾਖੀ ਕੀਤੀ? ਬੇਗਮ, ਇਹ ਗੱਲ ਦੱਸਣ ਦੀ ਨਹੀਂ। ਸ਼ੀਲਾ, ਮੈਂ ਹੱਠ ਨਹੀਂ ਕਰਦੀ, ਪਰ ਜੇ ਹਰਜ ਨਹੀਂ ਤਾਂ ਚਾਹ ਦੱਸੋ। ਬੇਗਮ, ਭੈਣ, ਤੇਰਾ ਮੇਰਾ ਹੁਣ ਇੱਕ ਭੇਦ ਹੈ, ਤੈਥੋਂ ਕੀ ਲੁਕਾਓ ਕਰਾਂ? ਮੇਰੇ ਪਤੀ ਦੇ ਭਾਣੇ ਤਾਂ ਉਹ ਤੁਹਾਨੂੰ ਰਾਣੀ ਬਣਾ ਬੈਠਾ ਹੈ, ਪਰ ਮੈਂ ਉਸ ਨਾਲ ਹੱਥ ਖੇਡਿਆ ਹੈ। ਆਪ ਦੇ ਕੱਪੜੇ ਪਹਿਨ ਕੇ, ਗਮਰੁੱਠ ਬਣ ਕੇ, ਆਪ ਵਾਂਗੂ ਗੱਲਾਂ ਕਰਕੇ, ਫਿਰ ਹਨੇਰੇ ਦੀ ਮਦਦ ਨਾਲ ਇਹ ਧੋਖਾ ਬਣਾਇਆ ਕਿ ਹੋਵਾਂ ਮੈਂ ਤੇ ਉਹ ਸਮਝੇ ਤੁਸੀਂ ਹੋ। ਸੋ ਪਤੀ ਨਸ਼ੇ ਵਿੱਚ ਮੈਨੂੰ ਨਹੀਂ ਪਛਾਣ ਸਕਿਆ। ਉਮੀਦ ਹੈ ਇਸ ਨਸ਼ੇ ਤੇ ਹਨੇਰੇ ਦੀ ਤੁਫੈਲ ਕੁਛ ਚਿਰ ਤਾਂ ਨਿਭ ਜਾਏਗੀ। ਫਿਰ ਹੋਰ ਤਜਵੀਜ਼ ਸੋਚ ਰਹੀ ਹਾਂ। ਹਨੇਰਾ ਸਾਰੇ ਸੰਸਾਰ ਦਾ ਪਰਦੇ ਢੱਕ ਹੈ, ਜੋ ਲੋਕਾਂ ਦੇ ਕਰਮਾਂ ਤੇ ਪਰਦੇ ਪਾ ਕੇ ਭਲੇ ਬੁਰੇ ਨੂੰ ਇੱਕ ਸਮਾਨ ਕਰਨੇ ਵਾਲਾ ਹੈ। ਹਾਂ, ਹਨੇਰਾ ਸਹਿਨਸ਼ੀਲਤਾ ਦਾ ਘਰ ਮੈਂ ਵਰਗੇ ਜਿਗਰੇ ਵਾਲਾ ਹੈ। ਕੋਈ ਉਸ ਵਿੱਚ ਖੂਨ ਕਰੇ, ਡਾਕੇ ਮਾਰੇ, ਚੋਰੀ ਕਰੇ, ਕੋਈ ਭਜਨ ਕਰੇ, ਸਮਾਧੀ ਲਾਵੇ, ਕਿਸੇ ਨੂੰ ਨਿੰਦ ਦਾ ਸਲਾਮਦਾ ਨਹੀਂ, ਕਿਸੇ ਦਾ ਪਾਜ ਨਹੀਂ ਉਗੇੜਦਾ। ਸੂਰਜ ਅਰ ਚੰਦ ਦੀਆਂ ਨਜ਼ਰਾਂ ਪੜਦੇ ਪਾੜ ਹਨ, ਜੋ ਨਾ ਕੇਵਲ ਆਪ ਲੋਕਾਂ ਦੇ ਐਬ ਦੇਖਦੀਆਂ ਹਨ, ਸਗੋਂ ਬੜਬੋਲੇ ਦੀ ਜੀਭ ਵਾਂਗੂ ਸਾਰੇ ਜਹਾਨ ਵਿੱਚ ਨਸ਼ਰ ਕਰ ਦਿੰਦੀਆਂ ਹਨ। ਤਾਰਿਆਂ ਦੀਆਂ ਚੋਰ ਅੱਖਾਂ ਹਨ, ਜੋ ਕੰਨਾਂ ਵਿੱਚ ਫੂਕਾ ਮਾਰਨ ਵਾਂਗ ਲੋਕਾਂ ਦੇ ਪਾਜ ਮਲਕੜੇ ਉਗੇੜ ਦਿੰਦੀਆਂ ਹਨ। ਪਰ ਹਨੇਰਾ ਬੜਾ ਬੀਬਾ ਰਾਣਾ ਹੈ, ਸਭ ਦੇ ਪਰਦੇ ਢੱਕ ਦਿੰਦਾ ਹੈ। ਹਨੇਰਾ ਤਾਂ ਦੇਖ ਕੇ ਅਣਡਿੱਠ ਕਰਦਾ ਹੈ, ਪਰ ਹੋਰਨਾਂ ਦੀਆਂ ਨਜ਼ਰਾਂ ਤੋਂ ਵੀ ਪਰਦੇ ਪਾਉਂਦਾ ਹੈ। ਨਾ ਆਪ ਕਿਸੇ ਦੇ ਐਬ ਦੇਖਦਾ ਹੈ, ਨਾ ਕਿਸੇ ਨੂੰ ਦੇਖਣ ਦਿੰਦਾ ਹੈ। ਜਿਸ ਤਰ੍ਹਾਂ ਕੋਈ ਭਲਾ ਪੁਰਸ਼ ਕਿਸੇ ਨੂੰ ਨੰਗਾ ਉਗਾੜਾ ਦੇਖ ਕੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ,
ਤਿਵੇਂ ਹਨੇਰਾ ਬੀਬੇ ਪੁਰਖ ਵਾਂਗ ਅੱਖਾਂ ਮੀਟ ਕੇ ਆਪਣੇ ਕਾਲੇ ਰੱਬ ਦੇ ਪਈਏ ਰੋੜੀ ਤੁਰਿਆ ਚਲਿਆ ਜਾਂਦਾ ਹੈ ਤੇ ਕਿਸੇ ਦੇ ਪਾਪ ਪੁੰਨ ਨੂੰ ਨਹੀਂ ਵੇਖਦਾ। ਹਨੇਰਾ ਬੀਬਾ ਰਾਣਾ ਹੈ। ਭੈਣ, ਇਸ ਹਨੇਰੇ ਨੇ ਤੇਰਾ ਧਰਮ ਬਚਾਇਆ। ਮੇਰੀ ਜਾਚੇ ਤਾਂ ਹਨੇਰਾ ਆਰਫ ਕਮਾਲ ਯਾਨੀ ਬ੍ਰਹਮ ਗਿਆਨੀ ਹੈ। ਨਹੀਂ, ਹਨੇਰੇ ਵਿੱਚ ਤਾਂ ਉਹ ਗੁਣ ਹੈ ਜੋ ਖੁਦਾ ਵਿੱਚ ਹੈ। ਖੁਦਾ ਸਭ ਦੇ ਪਾਪ ਪੁੰਨ ਨੂੰ ਜਾਣਦਾ ਹੈ ਪਰ ਪੜਚੋਲਦਾ ਨਹੀਂ, ਦੇਖਦਾ ਹੈ ਪਰ ਭੰਡਦਾ ਨਹੀਂ। ਪਾਪੀ ਪੁੰਨੀ ਸਭ ਦੇ ਖੇਤ ਤੇ ਇੱਕੋ ਜਿਹਾ ਮੀਂਹ ਵਸਾਉਂਦਾ ਹੈ, ਤਿਵੇਂ ਹਨੇਰਾ ਕਿਸੇ ਦੇ ਸਿਰੇ ਨਹੀਂ ਆਉਂਦਾ। ਹਾਂ, ਹਨੇਰੇ ਵਿੱਚ ਇੱਕ ਗੁਣ ਰੱਬ ਤੋਂ ਵੀ ਵਧੇਕ ਹੈ। ਰੱਬ ਦੇਖਦਾ ਹੈ, ਐਸਾ ਦੇਖਦਾ ਹੈ ਕਿ ਹੋਣ ਤੋਂ ਪਹਿਲੇ, ਹੋਣ ਵੇਲੇ ਔਰ ਹੋ ਚੁੱਕੇ ਤੋਂ ਮਗਰੋਂ ਸਭ ਕੁਝ ਜਾਣਦਾ ਹੈ। ਹਾਂ, ਪਰ ਸਹਾਰਾ ਰੱਖਦਾ ਹੈ। ਇਹ ਪਰ ਧਨ ਹਨੇਰਾ ਜੋ ਲੋਕਾਂ ਦੇ ਪਾਪਾਂ ਨੂੰ ਦੇਖਣੋਂ ਔਰ ਸਮਝਣੋਂ ਵੀ ਨਾ ਕਰਦਾ ਹੈ। ਕਹਿੰਦਾ ਹੈ, ਮੈਂ ਕਿਉਂ ਕਿਸੇ ਦੇ ਪਾਪ ਪੁੰਨ ਦਾ ਦੇਖਣਹਾਰ ਤੇ ਜਾਣਨਹਾਰ ਬਣਾ। ਆਪਣੇ ਕਰਮਾਂ ਦਾ ਫਲ ਸਭ ਕੋਈ ਭੋਗਦਾ ਹੈ। ਮੈਂ ਕਿਉਂ ਬੁਰੇ ਭਲੇ ਸਮਾਚਾਰ ਦੇਖਾਂ ਤੇ ਆਪਣੇ ਸਹਿਣਸ਼ੀਲਤਾ ਵਾਲੇ ਮਨ ਵਿੱਚ ਸ਼ੱਕ ਸ਼ੁਬੇ ਪੈਦਾ ਕਰਾਂ ਤੇ ਆਪਣੇ ਦਿਲ ਨੂੰ ਹੋਰਨਾਂ ਦੇ ਪਾਪਾਂ ਪੁੰਨਾਂ ਦਾ ਘਰ ਬਣਾ ਲਵਾਂ। ਐਸੀ ਚੰਚਲਤਾ ਪਰਮੇਸ਼ਰ ਦੀ ਬੇਅਦਬੀ ਦੇ ਨਾ ਸਹੇ ਜਾਣ ਵਾਲੇ ਬਚਨ ਸੁਣ ਕੇ ਸ਼ੀਲ ਕੌਰ ਘਬਰਾਈ, ਕੰਬੀ, ਕੁਛ ਬੋਲੀ, ਠਿਠਕੀ, ਪਰ ਮਨ ਨੂੰ ਮੁੱਠ ਵਿੱਚ ਲੈ ਕੇ ਧੀਰਜ ਧਰ ਕੇ ਬੋਲੀ, ਭੈਣ ਜੀ, ਤੁਸਾਂ ਭਾਵੇਂ ਕਿਵੇਂ ਕੀਤਾ, ਮੇਰਾ ਭਲਾ ਹੀ ਹੋਇਆ। ਮੈਂ ਤੁਸਾਂ ਦੀਆਂ ਦੇਣੀਆਂ ਕਿਸੇ ਜੁਗ ਨਹੀਂ ਦੇ ਸਕਦੀ, ਪਰ ਭੈਣ ਕਿਹਾ ਜੇ ਤਾਂ ਇੱਕ ਗੱਲ ਮੇਰੀ ਵੀ ਸੁਣ ਲਓ। ਖੁਦਾ ਦੀ ਸ਼ਾਨ ਵਿੱਚ ਕਦੇ ਹਲਕੇ ਵਾਕ ਨਹੀਂ ਕਹੀਦੇ। ਬੇਗਮ, ਸੱਚ ਕਿਹਾਈ, ਸਾਡੇ ਵਿੱਚ ਵੀ ਇਹ ਗੱਲ ਮੰਨੇ ਲਿਖੀ ਹੈ। ਇਸ ਪ੍ਰਕਾਰ ਦੀ ਚਲਾਕੀ ਤੇ ਵਲ ਛਲ ਦੀਆਂ ਗੱਲਾਂ ਕਰਕੇ ਬੇਗਮ ਚਲੀ ਗਈ ਤੇ ਸ਼ੀਲਾ ਪੁੱਤਰ ਸਮੇਤ ਹੱਥ ਜੋੜ ਕਰਤਾ ਪੁਰਖ ਅੱਗੇ ਪਰਮ ਅਧੀਨਗੀ ਨਾਲ ਬੇਨਤੀ ਕਰਨ ਲੱਗੀ, ਹੇ ਧਰਮ ਪੁੰਜ ਪਿਤਾ, ਤੇਰੀ ਨਿੰਦਾ ਮੇਰੇ ਕੰਨਾਂ ਥਾਣੀ ਮੇਰੇ ਅੰਦਰ ਗਈ ਹੈ, ਸੋ ਆਪਣੀ ਪਰਮ ਕਿਰਪਾ ਨਾਲ ਮੇਰਾ ਹਿਰਦਾ ਸ਼ੁੱਧ ਕਰੋ ਔਰ ਮੇਰੇ ਅਵਗੁਣ ਬਖਸ਼ੋ। ਮੈਂ ਬੇਵਸੀ ਨਹੀਂ, ਸਗੋਂ ਮੈਂ ਪਰਵਸ ਹਾਂ। ਮੇਰੇ ਤੇ ਆਪਣੀ ਮਿਹਰ ਕਰੋ ਅਤੇ ਕਿਸੇ ਖੁੱਲ ਵਿੱਚ ਵਾਸਾ ਦਿਓ। ਉਧਰ ਦਰਬਾਰ ਦਾ ਹਾਲ ਸੁਣੋ। ਮੀਰ ਮੰਨੂ ਜਦੋਂ ਆਪਣੀ ਕਚਹਿਰੀ ਵਿੱਚ ਬੈਠਾ ਸੀ ਤਦ ਸੂਈਆਂ ਵਿੱਚੋਂ ਇੱਕ ਨੇ ਆ ਪਤਾ ਦਿੱਤਾ ਕਿ ਮਾਂਜੇ ਵਿੱਚ ਸਿੱਖਾਂ ਦਾ ਇੱਕ ਟੋਲਾ ਇੱਕ ਥਾਵੇਂ ਲੁਕਿਆ ਹੋਇਆ ਹੈ। ਉਸ ਵੇਲੇ ਕੁਝ ਸੈਨਾ ਔਰ ਦਰਬਾਰੀ ਤਿਆਰ ਹੋ ਗਏ। ਉਧਰ ਨੂੰ ਕੂਚ ਬੋਲ ਗਿਆ। ਬੇਗਮ ਸਾਹਿਬ ਨੂੰ ਖਬਰ ਗਈ ਕਿ 4-5 ਦਿਨ ਨਵਾਬ ਸਾਹਿਬ ਦੀ ਉਡੀਕ ਨਾ ਰੱਖਣ। ਇਹ ਖਬਰ ਸੁਣ ਕੇ ਬੇਗਮ ਤੇ ਸ਼ੀਲਕੌਰ ਅਚਿੰਤ ਹੋ ਗਈਆਂ। ਨਵਾਬ ਸਾਹਿਬ ਰਸਤੇ ਵਿੱਚ ਸੈਰ ਤੇ ਸ਼ਿਕਾਰ ਕਰਦੇ ਗਏ। ਛੇਕੜ ਉੱਥੇ ਪਹੁੰਚੇ ਜਿੱਥੇ ਆਦਮੀਆਂ ਦਾ ਸ਼ਿਕਾਰ ਕਰਨਾ ਸੀ। ਪੰਡੋਰੀ ਪਿੰਡ ਦੇ ਲਾਗੇ ਇੱਕ ਕਮਾਦ ਦਾ ਭਾਰੀ ਖੇਤ ਸੀ। ਸਿੰਘ, ਬਾਲ, ਬਿਰਧ, ਜਵਾਨ ਇਸ ਵਿੱਚ ਲੁਕੇ ਹੋਏ ਸੀ। ਇਹ ਵਿਚਾਰੇ ਝੱਲਾਂ ਰੁੱਖਾਂ ਵਿੱਚ ਛਿਪ ਕੇ ਸਮਾਂ ਕੱਟ ਰਹੇ ਸੀ। ਖਾਣੋਂ ਪੀਣੋਂ ਵੀ ਵਿਰਵੇ ਰਹਿ ਜਾਂਦੇ ਸਨ। ਕੰਡਿਆਂ ਤੇ ਮੌਸਮ ਦੀਆਂ ਕਰੜਾਈਆਂ ਨਾਲ ਕੱਪੜਿਆਂ ਦੀਆਂ ਲੀਰਾਂ ਲਾੜੇ ਦੇ ਛੱਤਰ ਦੀਆਂ ਕਤਾਰਾਂ ਵਾਂਗ ਸ਼ੋਭ ਰਹੀਆਂ ਸਨ। ਹੁਣ ਇੱਥੇ ਆ ਲੁਕੇ ਸਨ ਔਰ ਗੁਰੂ ਮਹਾਰਾਜ ਜੀ ਦੇ ਅਰਦਾਸਿਆਂ ਵੱਲ ਝੁਕ ਰਹੇ ਸਨ ਕਿ ਅਚਾਨਕ ਇਹਨਾਂ ਦੇ ਸ਼ਿਕਾਰੀ ਪਹੁੰਚ ਪਏ। ਪਿੰਡ ਵਾਲੇ ਇਕੱਠੇ ਹੋ ਗਏ। ਸਾਰੇ ਹਾਹਾਕਾਰ ਕਰ ਰਹੇ ਸਨ। ਕਮਾਦ ਵਿੱਚ ਲੁਕੀਆਂ ਦੀਆਂ ਮਾਵਾਂ ਭੈਣਾਂ ਵਿਰਲਾਪ ਕਰ ਰਹੀਆਂ ਸਨ। ਕੁਝ ਸਿੰਘਣੀਆਂ ਸਣੇ ਰਤਨ ਸਿੰਘ ਭੰਗੂ ਜੀ ਦੀ ਮਾਤਾ ਦਾਦੀ ਦੇ ਬੈਰਾਗੀ ਮਹੰਤ ਦਾਦੂ ਰਾਮ ਦੇ ਪੋਤਰੇ ਨੇ ਭਗਵੇ ਕੱਪੜੇ ਪਵਾ ਕੇ ਘਰ ਲੁਕਾ ਰੱਖੀਆਂ ਸਨ। ਟਿੱਬ ਖੜਿਬੀਆਂ ਥਾਵਾਂ ਵਿੱਚ ਪੱਕੇ ਹੋਏ ਹਦਵਾਣੇ ਵਾਂਗ ਮੋਟਾ ਸਿਰ ਖਹਿ ਖਹਿ ਵੱਜਦਾ ਔਰ ਠਹਿਕਦਾ ਪਾੜਦਾ ਗਿਆ। ਇੱਥੋਂ ਤੱਕ ਕਿ ਨੱਕ ਮੂੰਹ ਤੱਕ ਫਸ ਗਏ ਔਰ ਲਹੂ ਦੀ ਲੀਕ ਸਾਰੀ ਘਸੀਟ ਵਾਲੀ ਥਾਂ ਤੇ ਲੱਗਦੀ ਸ਼ਿੰਗਰਾਫ ਦੀ ਲਕੀਰ ਵਾਂਗੂ ਮੰਨੀ ਦੀ ਕਰਮ ਪੱਤਰੀ ਦੀ ਲੰਬਾਈ ਦੀ ਖਬਰ ਸੰਸਾਰੀਆਂ ਨੂੰ ਦੇ ਗਈ। ਜਿੰਦੜੀ ਤਾਂ ਮੀਰ ਮੰਨੂ ਦੀ ਇਕੁਰ ਗਈ। ਹੁਣ ਦੇਹ ਦਾ ਹਾਲ ਸੁਣੋ। ਜਦ ਸਾਥੀ ਉਸ ਮੁਰਦਾ ਲੋਥ ਨੂੰ ਲੈ ਕੇ ਸ਼ਹਿਰ ਪਹੁੰਚੇ ਔਰ ਮੌਤ ਦੀ ਸੋ ਪਾਣੀ ਤੇ ਪਏ ਤੇਲ ਵਾਂਗੂ ਫੈਲ ਗਈ, ਤਦ ਸਾਰੀਆਂ ਫੌਜਾਂ ਜੋ ਕਈ ਮਹੀਨਿਆਂ ਤੋਂ ਤਨਖਾਹ ਨੂੰ ਉਡੀਕ ਰਹੀਆਂ ਸਨ, ਘੇਰਾ ਪਾ ਖਲੋਤੀਆਂ ਔਰ ਲੋਥ ਖੋਹ ਲਈ। ਮੁਰਾਦ ਬੇਗਮ ਨੂੰ ਕਹਾ ਭੇਜਿਆ ਕਿ 3 ਲੱਖ ਰੁਪਇਆ ਤਨਖਾਹ ਦਾ ਸਾਡਾ ਤਾਰ ਦਿਓ ਤਾਂ ਲੋਥ ਮਿਲੇਗੀ। ਵਿਚਾਰੀ ਬੇਗਮ ਸਾਰੀ ਰਾਤ ਜੋੜ ਤੋੜ ਕਰਦੀ ਰਹੀ। ਜਦ ਦਿਨ ਨੂੰ ਬੇਗਮ ਨੇ 3 ਲੱਖ ਰੁਪਇਆ ਦਿੱਤਾ ਤਦ ਲੋਥ ਮਿਲੀ, ਜੋ ਫਿਰ ਪਾਤਸ਼ਾਹੀ ਧੂਮ ਧਾਮ ਨਾਲ ਦੱਬੀ ਗਈ।
ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।